Welcome back to this live show right here. मेरा नाम है अंजना असी गल कर रहे हैं डॉक्टर इफ्तिकार चौधरी फ्रॉम होम्योपैथी एंड हर्बल डॉक्टर चौधरी जी वेलकम बैक आफ्टर द ब्रेक ब्रेक तो ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਵੂਮਨਸ ਹੈਲਥ ਆਪਣੀ ਸਕਿਨ ਗਲੋ ਦੇ ਲਈ ਲੇਕਿਨ ਉਹਦੇ ਨਾਲ ਮੈਂ ਇਹ ਵੀ ਗੱਲ ਕਰਨਾ ਚਾਹੁੰਦੀ ਹਾਂ ਜਿਹੜੇ ਕਿ ਡਾਕਟਰ ਚੌਧਰੀ ਜਿਹੜੇ ਕਿ ਯੰਗ ਕੁੜੀਆਂ ਜਿਨ੍ਹਾਂ ਨੂੰ ਇਰੈਗੂਲਰ ਪੀਰੀਅਡਸ ਆਉਂਦੇ ਹੈਗੇ ਆ ਐਂਡ ਜਦੋਂ ਜੀਵਾਈਨ ਦੇ ਕੋਲ ਜਾਂਦੇ ਹੈਗੇ ਆਪਣੀ ਗਾਇਨਾ ਨੂੰ ਦਿਖਾਉਂਦੇ ਹੈਗੇ ਬਰਥ ਕੰਟਰੋਲਸ ਬਹੁਤ अर्ਲੀ ਏਜ ਦੇ ਵਿੱਚ ਪ੍ਰਸਕ੍ਰਾਈਬ ਕਰ ਦਿੰਦੇ ਹੈਗੇ ਆ ਬਿਲਕੁਲ ਉਹਦੇ ਲਈ ਤੁਹਾਡੇ ਲਈ ਹੋਮਿਓਪੈਥੀ ਦੇ ਵਿੱਚ ਕੀ ਹੈਗਾ ਜੀ ਬਹੁਤ ਅੱਛਾ ਇਲਾਜ ਹੈ ਉਹਦੇ ਵਾਸਤੇ ਕਿਉਂਕਿ ਕੀ ਹੁੰਦਾ ਕਿ ਤੁਹਾਡੇ ਅਗਰ ਹਾਰਮੋਨ ਇਰੈਗੂਲਰ ਹੋ ਜਾਣ ਤੁਹਾਡੀ ਓਵਰੀਜ਼ ਇਨਫਲੇਮੇਸ਼ਨ ਹੋ ਜਾਏ ਜੀ ਤੇ ਇਹਦੇ ਨਾਲ ਇਹ ਪ੍ਰੋਬਲਮ ਸ਼ੁਰੂ ਹੋ ਜਾਂਦਾ ਹੈ ਪੀਰੀਅਡ ਤੁਹਾਨੂੰ ਟਾਈਮ ਤੇ ਨਹੀਂ ਆਉਂਦੇ ਜਾਂ ਫਿਰ ਐਨੀਮਿਕ ਵੀ ਹੁੰਦੇ ਨੇ ਬੱਚੇ ਬੱਚੀਆਂ ਖਾਣੇ ਪੀਣੇ ਤੇ ਧਿਆਨ ਨਹੀਂ ਦਿੰਦੀਆਂ ਫਰੂਟ ਵਗੈਰਾ ਨਹੀਂ ਖਾਂਦੀਆਂ ਵੈਜੀਟੇਬਲਸ ਨਹੀਂ ਖਾਂਦੀਆਂ ਤੇ ਉਹਨਾਂ ਦੇ ਆਇਰਨ ਦੀ ਕਮੀ ਹੋ ਜਾਂਦੀ ਹੈ ਬਲੱਡ ਦੀ ਕਮੀ ਹੋ ਜਾਂਦੀ ਹੈ ਤੇ ਇਹ ਬਹੁਤ ਸਾਰੇ ਫੈਕਟਰ ਹੁੰਦੇ ਨੇ ਕਿ ਉਹਨਾਂ ਨੂੰ ਕਿਉਂ ਇਰੈਗੂਲਰ ਪੀਰੀਅਡ ਹੋ ਰਹੇ ਨੇ ਤੇ ਅਸੀਂ ਜਿਹੜਾ ਇਲਾਜ ਕਰਨੇ ਆ ਉਹਦੇ 'ਚ ਹੁੰਦਾ ਕਿ ਤੁਸੀਂ ਉਹਨੂੰ ਰੈਗੂਲੇਟ ਕੀਤਾ ਜਾਂਦਾ ਹੈ ਹੋਮਿਓਪੈਥਿਕ ਹਰਬਲ ਦਵਾਈਆਂ ਦੇ ਕੇ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਦੇ ਹਾਰਮੋਨ ਨੈਚੁਰਲੀ ਹੀ ਸਹੀ ਹੁੰਦੇ ਆ ਤੇ ਉਹਦੀ ਵਜ੍ਹਾ ਨਾਲ ਫਿਰ ਤੁਹਾਡੇ ਪੀਰੀਅਡ ਵਗੈਰਾ ਨਾਰਮਲ ਹੁੰਦੇ ਆ ਅੱਛਾ ਐਲੋਪੈਥੀ 'ਚ ਕੀ ਕਰਦੇ ਆ ਕਿ ਤੁਹਾਨੂੰ ਬਰਥ ਕੰਟਰੋਲ ਪੀਲ ਦੇ ਉਹ ਡੇਲੀ ਤੁਸੀਂ ਖਾਣੀ ਹੈ ਔਰ ਉਹਦੇ ਇੰਨੇ ਤੇ ਤਾਂ ਜਾ ਕੇ ਤੁਹਾਡਾ ਸਾਈਕਲ ਸਹੀ ਰਹੇਗਾ ਉਹਦੇ ਬਾਅਦ ਤੁਹਾਡੇ ਪੀਰੀਅਡਸ ਆਉਂਦੇ ਰਹਿਣਗੇ ਜਦੋਂ ਤੱਕ ਤੁਸੀਂ ਬਰਥ ਕੰਟਰੋਲ ਪਿਲਸ ਖਾਂਦੇ ਰਹੋਗੇ ਲੇਕਿਨ ਉਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਔਰ ਉਹ ਕੋਈ ਹੱਲ ਨਹੀਂ ਹੈ ਔਰ ਸਪੈਸ਼ਲੀ ਟੀਨਏਜਰ ਬੱਚੀਆਂ ਯੰਗ ਅਨਮੈਰਿਡ ਬੱਚੀਆਂ ਅਗਰ ਉਹਨਾਂ ਨੂੰ ਤੁਸੀਂ ਇਹ ਹਾਰਮੋਨ ਦਿੰਦੇ ਰਹੋਗੇ ਤੇ ਉਹਨਾਂ ਦੇ ਹੋਰ ਮਤਲਬ ਓਵਰਵੇਟ ਹੋ ਜਾਂਦੇ ਨੇ ਠੀਕ ਹੈ ਨਾ ਔਰ ਉਹਦੀ ਵਜ੍ਹਾ ਨਾਲ ਫਿਰ ਕੀ ਹੈ ਕਿ ਈਵਨ ਡਿਪਰੈਸ਼ਨ ਐਂਗਜ਼ਾਇਟੀ ਇਸ ਤਰ੍ਹਾਂ ਦੇ ਪ੍ਰੋਬਲਮ ਵੀ ਹੋ ਜਾਂਦੇ ਹੈ ਤੇ ਉਹ ਕੋਈ ਹੱਲ ਨਹੀਂ ਹੈ ਔਰ ਹੋਮਿਓਪੈਥਿਕ ਹਰਬਲ 'ਚ ਕੀ ਹੈ ਕਿ ਉਹ ਬੜਾ ਸੇਫ ਇਲਾਜ ਹੈ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਔਰ ਤੁਸੀਂ ਆਪਣੇ ਘਰ 'ਚ ਹੀ ਬੈਠ ਕੇ ਕਾਲ ਕਰਕੇ ਆਪਣੀ ਇਲਾਜ ਕਰਾ ਸਕਦੇ ਹੋ ਕੋਈ ਆਉਣੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਔਰ ਆਪਣੇ ਡਾਕਟਰ ਦੇ ਨਾਲ ਚੈੱਕਅਪ ਵਗੈਰਾ ਕਰਾ ਕੇ ਬਲੱਡ ਟੈਸਟ ਕਰਾ ਕੇ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਫਿਰ ਹੋਮਿਓਪੈਥਿਕ ਹਰਬਲ ਦਵਾਈ ਰੈਕਮੈਂਡ ਕਰਾਂਗੇ ਨਾਲ ਤੁਹਾਨੂੰ ਦੱਸਾਂਗੇ ਕਿ ਕੀ ਖਾਣੇ ਪੀਣੇ 'ਚ ਪਰਹੇਜ਼ ਕਰਨਾ ਹੈ ਡਾਈਟ ਪਲਾਨ ਕੀ ਹੈ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਮਾਡਰਨ ਫੂਡ ਹੈ ਉਹ ਵੀ ਇੱਕ ਬਹੁਤ ਬੜਾ ਫੈਕਟਰ ਹੈ ਕਿ ਯੰਗ ਛੋਟੀ ਛੋਟੀ ਬੱਚੀਆਂ ਜਿਹੜੀਆਂ ਨੇ ਉਹ ਮੈਚਿਓਰ ਹੋ ਜਾਂਦੀਆਂ ਨੇ ਉਹਨਾਂ ਦਾ ਵੇਟ ਬਹੁਤ ਵੱਧ ਜਾਂਦਾ ਹੈ ਔਰ ਪੀਰੀਅਡ ਵੀ ਬਹੁਤ ਜਲਦੀ ਆਉਣੇ ਸ਼ੁਰੂ ਹੋ ਜਾਂਦੇ ਹੈ ਔਰ ਕਈ ਦਫੇ ਫਿਰ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਦਾ ਇੰਨਾ ਵੇਟ ਵੱਧ ਜਾਂਦਾ ਜਿਸ ਤਰ੍ਹਾਂ ਅੱਜ 5-5 7-7 8-8 9-9 ਸਾਲ ਦੀ ਬੱਚੀਆਂ ਜਿਹੜੀਆਂ ਨੇ ਉਹਨਾਂ ਦਾ ਵੇਟ 100 ਪਾਉਂਡ ਜਿਸ ਤਰ੍ਹਾਂ ਮਦਰ ਦੇ ਬਰਾਬਰ ਵੇਟ ਹੋ ਰਿਹਾ ਅੱਜ ਕੱਲ੍ਹ ਇਤਨਾ ਹੋ ਜ਼ਿਆਦਾ ਤੇ ਉਹ ਇੱਕ ਜਿਸ ਤਰ੍ਹਾਂ ਅਗਰ ਪ੍ਰੋਸੈਸ ਫੂਡ ਈਵਨ ਚਿਕਨ ਜਿਹੜਾ ਉਹ ਮਤਲਬ ਪ੍ਰੋਸੈਸ ਹੁੰਦਾ ਹੈ ਤੇ ਉਹਦੇ 'ਚ ਬਹੁਤ ਜ਼ਿਆਦਾ ਹਾਰਮੋਨ ਹੁੰਦੇ ਆ ਉਹਦੀ ਵਜ੍ਹਾ ਨਾਲ ਵੀ ਮੈਚਿਓਰਿਟੀ ਜ਼ਿਆਦਾ ਹੋ ਜਾਂਦੀ ਹੈ ਤੇ ਇਹਨਾਂ ਚੀਜ਼ਾਂ ਦਾ ਸਭ ਦਾ ਖਿਆਲ ਕਰਨਾ ਹੈ ਔਰ ਦੂਸਰਾ ਸਟ੍ਰੈਸ ਦਾ ਬਹੁਤ ਜ਼ਿਆਦਾ ਟੇਕ ਕੇਅਰ ਕਰਨਾ ਕਿ ਜ਼ਿਆਦਾ ਟੈਨਸ਼ਨ ਨਾ ਹੋਵੇ ਅੱਜ ਕੱਲ੍ਹ ਦੇਖਿਆ ਬੱਚੇ ਉਹਨਾਂ ਦੇ ਵਜ਼ਨ ਤੋਂ ਜ਼ਿਆਦਾ ਉਹਨਾਂ ਦੀਆਂ ਕਿਤਾਬਾਂ ਹੁੰਦੀਆਂ ਨੇ ਬੈਗ 'ਤੇ ਔਰ ਹਰ ਵੇਲੇ ਉਹ ਬਿਜ਼ੀ ਰਹਿੰਦੇ ਆ ਘਰ ਆ ਕੇ ਵੀ ਹੋਮਵਰਕ ਹੋ ਰਿਹਾ ਮਤਲਬ ਉਹਨਾਂ ਨੂੰ ਕੋਈ ਫ੍ਰੀ ਟਾਈਮ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਫ੍ਰੀ ਟਾਈਮ ਦਿਓ ਉਹਨਾਂ ਨੂੰ ਰਿਲੈਕਸ ਰਹਿਣ ਔਰ ਬਹੁਤ ਜ਼ਿਆਦਾ ਮਤਲਬ ਖਾਣੇ ਪੀਣੇ ਦਾ ਜਿਹੜਾ ਉਹ ਜੰਕ ਫੂਡ ਤੋਂ ਬਚਣ ਤੇ ਇਹ ਸਾਰੀਆਂ ਚੀਜ਼ਾਂ ਕਰਕੇ ਤੇ ਬੰਦਾ ਠੀਕ ਰਹਿ ਸਕਦਾ ਇੱਕ ਕਾਲ ਆ ਰਹੀ ਡਾਕਟਰ ਆਦੀ ਕਿਉਂ ਨਾ ਆਪਾਂ ਕਾਲ ਲੈਂਦੇ ਹੈਗੇ ਹੈਲੋ डॉक्टर चौधरी जी बोलिए जी 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 कैलिफोर्निया से बोल रहा हूँ सैन फ्रांसिस्को जी जी बोलिए क्या है क्या क्वेश्चन है आपका जी जी वो मेंस के लिए कुछ सेक्सुअल एनर्जी के लिए कुछ दवाइयाँ हैं आपके पास जी जी बिल्कुल है क्यों नहीं है हाँ जी तो प्लीज उसको वो थोड़ा सा एक्सप्लेन कर देना जी 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 जरूर थैंक यू यू वेलकम इन्होंने जो मैन हेल्थ के बारे में बात की है और उसकी जो बहुत सारी वजह हैं मैन हेल्थ में अगर वीकनेस है उनकी हार्मोन्स की कमी है स्पर्म काउंट कम है तो एक तो बहुत बड़ी वजह है स्ट्रेस टू मच ओवर वर्क रेस्ट नहीं करना हर वक्त सोशल मीडिया पे लटके रहना है फ़ोन पे दैट इज़ नॉट गुड दूसरी बात ये है कि एक्टिविटी जो है उनकी जो फिजिकल एक्टिविटी नहीं होती बस बैठे रहें खा रहे हैं सो रहे हैं देयर इज नो मतलब एक्सरसाइज उससे ब्लड फ्लो नहीं होता और बैठे रहने से बहुत ज़्यादा कई लोग ऑफिस में काम करते हैं तो बैठे रहते हैं ज़्यादा या गाड़ियाँ चलाते हैं ट्रक चलाते हैं हर वक्त बैठे रहते हैं तो उनके लोअर एरिया का जो ब्लड सर्कुलेशन है इफेक्ट हो जाता है
Okay. اور اس کی وجہ سے بھی یہ سیکشل ویکنس ہو جاتی ہے. تو اس کے لیے چاہیے کہ اس میں ہمارے پاس ڈفرینٹ فارمولیشنز ہیں, جو میل فارمولا ہے, مین فارمولا ہے, ٹرائبیسٹا ہے, جو آپ کے ہارمون کی ٹیسٹوسٹرون کم ہو جاتا ہے بیکاز آف دا اسٹریس آلسو. یہ سارے فیکٹر ہیں, کوئی ضروری نہیں کہ ہر ایک کو کسی سب چیزوں سے پرابلم ہو, لیکن کئی لوگوں ہوتا ہے کہ اگر اسٹریس زیادہ ہے, ایون ینگ لوگ ہیں, ان کو سیکشل ایکٹیویٹی کا دل نہیں کرتا, اس طرف دھیان نہیں جاتا. اسی طرح عورتوں میں بھی اگر ان کو ڈپریشن ہے, انگزائٹی ہے, نروسنس ہے بہت زیادہ, ٹو مچ ورک ہے, اگر آپ کو اتنا ورک ہے, آپ نے باہر بھی کام کرنا ہے, گھر بھی آ کے کام کرنا ہے, تو آپ اپنی انٹیمیسی کیسے کر سکتے ہیں اپنے ہسبینڈ کے ساتھ؟ ٹائم ہی نہیں ہوتا, اتنا جسم ٹائرڈ ہوتا ہے. تو ان کو چاہیے کہ اپنے لیے ٹائم نکالیں, اپنا ریلیکس ہونے کے لیے کھانے پینے کا دھیان رکھیں, نیند پوری کریں, اور اس کے ساتھ ساتھ ہومیوپیتھک ہربل میں ہمارے پاس کچھ آئلز وغیرہ ہوتے ہیں, کچھ کھانے کے لیے میڈیسنز ہوتی ہیں, جو کہ عورتوں کے لیے بھی مردوں کے لیے بھی, اور اسپیشلی جو عورتیں 40 سال کے بعد جو کہ پری مینوپاز ہونا شروع ہو جاتا ہے کئی عورتوں کو, تو اس کی وجہ سے بھی ان کو اپنا دھیان جو ہے وہ اپنے پارٹنر کے ساتھ ملنے کا کوئی وہ خیال نہیں آتا, ان کو اریٹیٹ ہو جاتے ہیں, غصہ زیادہ آتا ہے. I feel like کیونکہ کئی جو ہوتے ہیں and I've seen and read somewhere also کہ جو مینوپاز یا پری مینوپاز میں جاتے ہیں ہاٹ فلیشز ہوتے ہیں, اینڈ وہ بیٹھ نہیں سکتے, ان کو خود نہیں پتہ چلتا, موڈ سوئنگز ہوتے ہیں, وہ سب کچھ ہوتا ہے. تو جیسے آپ نے کیا بہت اچھا یہ آپ نے بتایا ہے کہ اور کئیوں کو یہ بھی نہیں پتا کہ اس کے لیے بھی ہومیوپیتھی میں کچھ علاج ہے جو پری مینوپاز سے جاری ہوتے ہیں, that they can get help. جی بالکل, کیونکہ آپ کے جو عمر کے حساب سے آپ کے جو ہارمونز ہے اس میں کمی آنی شروع ہو جاتی ہے. تو ہمارا جو علاج ہے اس میں ہم ہارمون نہیں انجیکٹ کرتے یا انجیکشن دیتے یا ٹیبلٹ دیتے, بلکہ جو ہومیوپیتھک ہربل کی دوائیں وہ آپ کے ہارمونل سسٹم کو اسٹیمولیٹ کرتی ہے, اس سے پھر آپ کے ہارمون تھوڑے بڑھ جاتے ہیں. اور جو باقی سمٹم ہے, جیسے اگر آپ کو ہارٹ فلیشز ہو رہے ہیں, گھبراہٹ ہو رہی ہے, تو اس کے لیے پھر ہم ہومیوپیتھک میں دیتے ہیں تاکہ ان کے وہ سمٹم صحیح ہوں. تو اس وجہ سے پھر آپ کی لائف جو اچھی گزرتی ہے, اور یو انجوائے لائف اپنے ہسبینڈ وائف کے ساتھ جو ریلیشن شپ ہوتا ہے, تو اس میں یہ کرنی چاہیے, اور اس میں اپنے لیے ٹائم نکالنا چاہیے. آپ کو بھی ریسٹ کرنا چاہیے, ایک دن آف لیں تو کمپلیٹ کام سے آف لیں, یہ نہیں کہ آپ گھر کے کام اتنے ہو جاتے ہیں تو اس طرف مطلب دھیان ہی نہیں جاتا, اور ہسبینڈ وائف کی اس وجہ سے ریلیشن شپ بھی خراب ہو رہے ہیں بہت زیادہ, کہ ایک دوسرے کو ٹائم نہیں دے پا رہے. تو اس چیز پہ توجہ دینی چاہیے. اور اس میں سپلیمنٹس ہیں, جس میں ہومیوپیتھک میں فیمیل فارمولا ہے, یوتھ فارمولا ہے ہارمونز کو بڑھانے کے لیے, مردوں کے لیے ٹرائبیسٹا ہے وہ, اور میل فارمولا ہے, اس طرح کی چیزیں ہیں. اور کچھ آئلز وغیرہ بھی ہوتے ہیں مالش کرنے کے لیے. تو یہ چیزیں کرنے سے آپ کو بہت اچھی مطلب ہیلپ ملتی ہے. جیسے کہ ابھی جیسے جنہوں نے کال کی تھی, and I think I want to move on to the other one which is infertility. اس کی بھی بہت, جیسے کہ women and men who wants to grow their family, لیکن وہ نہیں کر پاتے ہیں کیونکہ کافی پرابلمس ہوتی ہیں, جیسے کہ آپ نے بولا کہ ٹائم نہیں دے پاتے ایک دوسرے کو, یا اسٹریس ہوتا ہے, ٹینشن کی وجہ سے, ڈپریشن کی وجہ سے, بہت ایسی چیزیں ہوتی ہیں جو اس کی وجہ سے پریگننٹ نہیں ہو پاتے ہیں. سو اس کے لیے ہومیوپیتھی میں انفرٹیلٹی کے لیے کیا ہے؟ اس کا تو بہت اچھا علاج ہے, کیونکہ انفرٹیلٹی جو ہے اگر مین میں ہے تو اگر موسٹلی کیا ہوتا ہے کہ سپرم کاؤنٹ کم ہو جاتے ہیں, یا ان کے ہارمون کم ہوتے ہیں, تو اس کی وجہ سے وہ فزیکل ایکٹیویٹی نہیں کر سکتے. عورتوں میں کیا ہوتا ہے کہ اگر ہارمون بیلنس نہیں ہے تو ان کو پیریڈ صحیح نہیں آتے, اوویلیشن صحیح نہیں ہوتی, ایگ کی کوالٹی اچھی نہیں ہوتی, PCOS وغیرہ, فائبرائڈز, اس طرح کے پرابلم ہوتے ہیں. تو ہومیوپیتھک میں اس کا بہت اچھا علاج ہے, اور وداؤٹ اینی سائڈ افیکٹس دے کین کال می over the phone and then get the medicine by mail اور کہیں پہ بھی جا کر کر سکتے ہیں. ڈاکٹر چودھری, آخری سوال میں پوچھنا چاہتی ہوں کہ اسکن گلوئنگ کے لیے جن کی ایکنی ہوتی ہے, کئیوں کی ایکنی ہوتی ہے پیوبرٹی فار بوائز اینڈ فار گرلز, جب ان کے پیریڈز شروع ہوتے ہیں تو کئی بار ویسے ہی ٹین ایج جسے کہتے ہیں ایکنی رہتی ہے, اور کئیوں کو ایسی ایج پہ ایکنی آتی ہے جس کو ہم ہارمونل امبیلنس کہتے ہیں 40 اینڈ اوور. اس کے لیے کیا ہے ہومیوپیتھی میں؟ کیا یہ سب ایک ہی ہومیوپیتھی کی آپ
दवाई देते हैं या नहीं अलग अलग है, उसका डिपेंड करता है। कोई भी किसी को प्रॉब्लम है ना तो उसका देखते हैं वजह क्या है और उसको टेक केयर किया जाता है। अगर एक्नी है, आपका ब्लड क्लेंस नहीं हो रहा, आपका कॉन्स्टिपेशन हो रही है बहुत ज्यादा, तो उसके लिए डिटॉक्स भी रेकमेंड, एक्नी फार्मूला भी रेकमेंड, हम एक्नी जेल भी रेकमेंड करते हैं। और कई दफा होता है कि स्ट्रेस की वजह से आपको स्किन ब्रेकआउट होती है, तो उसके लिए हम फिर स्ट्रेस के लिए उनको सप्लीमेंट देते हैं ताकि वो रिलैक्स रहें, एंजाइटी ना हो, नर्वसनेस ना हो। कई लोगों का मुंह लाल हो जाता है, रोजेशिया जिसे कहते हैं, तो जैसे बिल्कुल दोनों तरफ इतना रेड हो जाता है, तो ये भी इन्फ्लेमेशन की वजह से और नर्वस सिस्टम की मतलब ओवर एक्ट होने की वजह से होता है। तो उसके लिए फिर हम वो जो वजह होती है उसका इलाज किया जाता है, उससे फिर वो कंप्लीट इलाज हो जाता है। Perfect. Thank you so much, Dr. Chaudhary. As always, every time you come in and you give very valuable information to our viewers. And आपके कोई भी सवाल है, इनके ऑफिस में आप कॉल कर सकते हैं। इनकी 2 लोकेशन है, रिचमंड एंड जैक्सन हाइट, जहाँ पे आप इनको कांटेक्ट कर सकते हैं या पर्सनली जाके मिल भी सकते हैं। कंसल्टेशन इज एब्सोल्युटली फ्री। अब दोस्तों हमारी मुलाकात नेक्स्ट थर्सडे होएगी राइट हियर, एंड टिल देन टेक केयर एंड हमें तो इजाज़त। सत श्री अकाल।